ਹੈਲੋ ਸਟੂਡੈਂਟਸ, ਮੈਂ ਗੁਰਮੀਤ ਸਿੰਘ ਤੁਹਾਡਾ ਸਾਡੇ ਚੈਨਲ 24/7 ਐਜੂਕੇਸ਼ਨ ਹੱਬ 'ਤੇ ਸਵਾਗਤ ਕਰਦਾ ਜੀ। ਜਿਵੇਂ ਤੁਹਾਨੂੰ ਪਤਾ ਸਟੂਡੈਂਟ ਕਿ ਸਾਡੇ ਚੈਨਲ ਉੱਪਰ ਜੋ ਪੰਜਾਬ ਦੇ ਵੱਖ-ਵੱਖ ਕੰਪੀਟੀਟਿਵ ਐਗਜ਼ਾਮ ਹੁੰਦੇ ਨੇ ਉਹਨਾਂ ਦੀ ਤਿਆਰੀ ਦੀਆਂ ਕਲਾਸਿਸ ਆਲਰੇਡੀ ਚੱਲ ਰਹੀਆਂ ਨੇ। ਤੁਸੀਂ ਸਾਡੇ ਚੈਨਲ ਉੱਪਰ ਵਿਜ਼ਿਟ ਕਰਕੇ ਉਹ ਕਲਾਸਾਂ ਦੇਖ ਸਕਦੇ ਹੋ। ਤਾਂ ਅੱਜ ਅਸੀਂ ਜੋ ਤੁਹਾਡੇ ਲਈ ਨਵੀਆਂ ਕਲਾਸਾਂ ਲੈ ਕੇ ਆ ਰਹੇ ਹਾਂ ਉਹ ਦੋਸਤੋ ਹਿਸਟਰੀ ਦੀਆਂ ਨੇ। ਜਿਵੇਂ ਕਿ ਹਿਸਟਰੀ ਇੱਕ ਬਹੁਤ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ। ਸਾਨੂੰ ਹਰ ਐਗਜ਼ਾਮ ਦੇ ਵਿੱਚ ਹਿਸਟਰੀ ਦੇ ਪ੍ਰਸ਼ਨ ਦੇਖਣ ਨੂੰ ਮਿਲਦੇ ਨੇ। ਤਾਂ ਅੱਜ ਅਸੀਂ ਇਹ ਹਿਸਟਰੀ ਦੀਆਂ ਕਲਾਸਾਂ MCQ ਫਾਰਮ ਦੇ ਵਿੱਚ ਹੜੱਪਾ ਸੱਭਿਅਤਾ ਤੋਂ ਸ਼ੁਰੂ ਕਰਾਂਗੇ। ਠੀਕ ਹੈ ਜੀ। ਤਾਂ ਇਸੇ ਤਰ੍ਹਾਂ ਹਰ ਕਲਾਸਾਂ ਦੇ ਵਿੱਚ ਅਸੀਂ ਸਟੈਪ ਬਾਏ ਸਟੈਪ ਸਾਰੀ ਹਿਸਟਰੀ ਦੇ ਇੰਪੋਰਟੈਂਟ MCQ ਕਰਾਂਗੇ ਤਾਂ ਕਿ ਤੁਹਾਡਾ ਐਗਜ਼ਾਮ ਦੇ ਵਿੱਚ ਕੋਈ ਵੀ ਪ੍ਰਸ਼ਨ ਜੋ ਹਿਸਟਰੀ ਨਾਲ ਸੰਬੰਧਿਤ ਹੋਵੇ ਉਹ ਰਵੇ ਨਾ। ਠੀਕ ਹੈ ਜੀ। ਤਾਂ ਅਸੀਂ ਪਹਿਲਾ ਪ੍ਰਸ਼ਨ ਦੇਖਦੇ ਹਾਂ। ਹੜੱਪਾ ਸੱਭਿਅਤਾ ਦੀ ਖੋਜ ਕਿਸ ਸਾਲ ਵਿੱਚ ਕੀਤੀ ਗਈ ਸੀ? ਤਾਂ ਇਸ ਦੇ ਜੋ ਆਪਸ਼ਨ ਨੇ ਜੀ 1901, 1921, 1935 ਜਾਂ 1942। ਅਤੇ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ 1921। ਹੜੱਪਾ ਸੱਭਿਅਤਾ ਦੀ ਖੋਜ 1921 ਵਿੱਚ ਦਿਆਰਾਮ ਸਾਹਨੀ ਜੀ ਦੁਆਰਾ ਕੀਤੀ ਗਈ। ਇਹ ਦੋਸਤੋ ਬਹੁਤ ਜ਼ਿਆਦਾ ਇੰਪੋਰਟੈਂਟ ਪੁਆਇੰਟ ਹੈ ਜੋ ਆਪਾਂ ਯਾਦ ਰੱਖਣਾ ਹੈ। ਤਾਂ ਇਸ ਦਾ ਜੋ ਬੇਸਿਕ ਨਾਂ ਸੀ ਇਸ ਸੱਭਿਅਤਾ ਦਾ ਉਹ ਸੀ ਸਿੰਧੂ ਘਾਟੀ ਦੀ ਸੱਭਿਅਤਾ, ਜਾਂ ਆਪਾਂ ਇਸ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਵੀ ਕਹਿ ਸਕਦੇ ਹਾਂ। ਤਾਂ ਦੋਸਤੋ ਜੋ ਇੰਡਸ ਵੈਲੀ ਸਿਵਲਾਈਜੇਸ਼ਨ ਸੀ ਇਸ ਦੇ ਵਿੱਚ ਜੋ ਹੜੱਪਾ ਸ਼ਹਿਰ ਸੀ ਉਹ ਸਭ ਤੋਂ ਪਹਿਲਾਂ ਖੋਜਿਆ ਗਿਆ। ਇਸੇ ਕਰਕੇ ਇਸ ਨੂੰ ਹੜੱਪਾ ਸੱਭਿਅਤਾ ਦਾ ਨਾਮ ਵੀ ਦਿੱਤਾ ਗਿਆ। ਠੀਕ ਹੈ ਜੀ। ਅਤੇ ਨਾਲ ਆਪਾਂ ਜੋ ਇੰਪੋਰਟੈਂਟ ਪੁਆਇੰਟ ਯਾਦ ਰੱਖਣਾ ਹੈ ਉਹ ਇਹ ਹੈ ਕਿ ਜੋ ਹੜੱਪਾ ਸੀ ਇਹ ਰਾਵੀ ਨਦੀ ਦੇ ਕੰਢੇ ਉੱਪਰ ਵਸਿਆ ਸੀ। ਠੀਕ ਹੈ ਜੀ। ਇਹ ਸਾਰੇ ਇੰਪੋਰਟੈਂਟ ਫੈਕਟ ਨੇ ਜੋ ਇਸ ਪ੍ਰਸ਼ਨ ਨਾਲ ਸੰਬੰਧਿਤ ਨੇ। ਤਾਂ ਇਹਨਾਂ ਸਾਰੇ ਪੁਆਇੰਟਾਂ ਨੂੰ ਆਪਾਂ ਯਾਦ ਰੱਖਣਾ ਹੈ। ਤਾਂ ਚਲੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਤਾਂ ਦੋਸਤੋ ਜੋ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਉਹ ਹੈ ਜੀ ਸਿੰਧੂ ਘਾਟੀ ਦੇ ਲੋਕਾਂ ਦਾ ਵਪਾਰਕ ਕਾਰੋਬਾਰ ਚੱਲਦਾ ਸੀ ਪਾਰਥੀ ਨਾਲ, ਚੀਨੀ ਨਾਲ, ਰੋਮਨਸ ਨਾਲ ਜਾਂ ਮੈਸੋਪੋਟਾਮੀਅਨਸ ਨਾਲ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਮੈਸੋਪੋਟਾਮੀਅਨਸ ਨਾਲ। ਦੋਸਤੋ ਦੇਖੋ ਇਸ ਦੇ ਵਿੱਚ ਜੋ ਅਸੀਂ ਇੰਪੋਰਟੈਂਟ ਪੁਆਇੰਟ ਯਾਦ ਰੱਖਣਾ ਹੈ ਉਹ ਹੈ ਕਿ ਜੋ ਹੜੱਪਾ ਸੱਭਿਅਤਾ ਦੇ ਲੋਕਾਂ ਦਾ ਵਪਾਰ ਸੀ ਉਹ ਪੈਸੇ ਦੇ ਨਾਲ ਨਹੀਂ ਚੱਲਦਾ ਸੀ, ਪੈਸੇ ਦਾ ਲੈਣ ਦੇਣ ਨਹੀਂ ਹੁੰਦਾ ਸੀ, ਉਹ ਚੱਲਦਾ ਸੀ ਜੀ ਬਾਰਟਰ ਸਿਸਟਮ ਨਾਲ। ਬਾਰਟਰ ਸਿਸਟਮ ਕੀ ਹੁੰਦਾ ਦੋਸਤੋ? ਜਿਸ ਵਿੱਚ ਅਸੀਂ ਪੈਸੇ ਦੀ ਜਗ੍ਹਾ 'ਤੇ ਚੀਜ਼ਾਂ ਦਾ ਆਦਾਨ ਪ੍ਰਦਾਨ ਕਰਦੇ ਹਾਂ। ਠੀਕ ਹੈ ਜੀ। ਇੱਕ ਚੀਜ਼ ਦੇ ਬਦਲੇ ਦੂਸਰੀ ਚੀਜ਼ ਖਰੀਦੀ ਜਾਂ ਵੇਚੀ ਜਾਂਦੀ ਹੈ, ਉਸ ਨੂੰ ਬਾਰਟਰ ਸਿਸਟਮ ਕਿਹਾ ਜਾਂਦਾ ਹੈ। ਠੀਕ ਹੈ ਜੀ। ਤਾਂ ਉਸ ਟਾਈਮ 'ਤੇ ਜੋ ਇੰਪੋਰਟੈਂਟ ਦੇਸ਼ ਸੀ ਜਿਨ੍ਹਾਂ ਦਾ ਵਪਾਰ ਚੱਲਦਾ ਸੀ ਉਹ ਸਨ ਚੀਨ, ਭਾਰਤ, ਮਿਸਰ ਅਤੇ ਮੈਸੋਪੋਟਾਮੀਆ। ਠੀਕ ਹੈ ਜੀ। ਇਹ ਸਾਰੇ ਫੈਕਟ ਆਪਾਂ ਯਾਦ ਰੱਖਣੇ ਨੇ। ਤਾਂ ਚਲੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਮੋਹਿੰਜੋਦੜੋ ਦਾ ਸਥਾਨਕ ਨਾਮ ਕੀ ਸੀ? ਜਿਉਂਦਿਆਂ ਦਾ ਟਿੱਲਾ, ਮੁਰਦਾਂ ਦਾ ਟਿੱਲਾ, ਮਹਾਨ ਲੋਕਾਂ ਦਾ ਟਿੱਲਾ ਜਾਂ ਨੌਜਵਾਨਾਂ ਦਾ ਟਿੱਲਾ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਸਾਡੇ ਕੋਲ ਉਹ ਹੈ ਮੁਰਦਾਂ ਦਾ ਟਿੱਲਾ। ਦੋਸਤੋ ਜੋ ਮੋਹਿੰਜੋਦੜੋ ਸੀ ਇਸ ਦੀ ਖੋਜ 1922 ਵਿੱਚ ਹੜੱਪਾ ਤੋਂ 1 ਸਾਲ ਬਾਅਦ ਕੀਤੀ ਗਈ। ਠੀਕ ਹੈ ਜੀ। ਅਤੇ ਕਿਸ ਦੇ ਦੁਆਰਾ? RD ਬੈਨਰਜੀ ਦੇ ਦੁਆਰਾ। ਅਤੇ ਦੋਸਤੋ ਨਾਲ ਆਪਾਂ ਯਾਦ ਰੱਖਾਂਗੇ ਕਿ ਜੋ ਹੜੱਪਾ ਸੀ ਉਹ ਰਾਵੀ ਨਦੀ ਦੇ ਕੰਢੇ ਉੱਪਰ ਸੀ ਅਤੇ ਮੋਹਿੰਜੋਦੜੋ ਸਿੰਧ ਨਦੀ ਦੇ ਕੰਢੇ ਉੱਪਰ ਸੀ। ਇਹ ਸਾਰੇ ਫੈਕਟ ਆਪਾਂ ਯਾਦ ਰੱਖਣੇ ਨੇ। ਅਤੇ ਨਾਲ ਜੋ ਹੜੱਪਾ ਅਤੇ ਮੋਹਿੰਜੋਦੜੋ ਨੇ ਇਹ ਪਾਕਿਸਤਾਨ ਦੇ ਵਿੱਚ ਸੀ। ਠੀਕ ਹੈ ਜੀ। ਤਾਂ ਆਈ ਹੋਪ ਤੁਹਾਨੂੰ ਸਾਰੇ ਇੰਪੋਰਟੈਂਟ ਪੁਆਇੰਟ ਕਲੀਅਰ ਹੋ ਗਏ ਹੋਣਗੇ। ਤਾਂ ਆਪਾਂ ਨੈਕਸਟ ਪ੍ਰਸ਼ਨ ਦੇਖਦੇ ਹਾਂ। ਸਿੰਧੂ ਘਾਟੀ ਸੱਭਿਅਤਾ ਦੇ ਲੋਕਾਂ ਨੂੰ ਮੁਹਾਰਤ ਹਾਸਲ ਸੀ ਆਰਕੀਟੈਕਚਰ ਵਿੱਚ, ਸ਼ਿਲਪ ਕਲਾ ਵਿੱਚ, ਨਗਰ ਨਿਯੋਜਨ ਵਿੱਚ ਜਾਂ ਉਪਰੋਕਤ ਸਾਰੇ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਨਗਰ ਨਿਯੋਜਨ ਵਿੱਚ। ਦੋਸਤੋ ਹੜੱਪਾ ਦੇ ਜੋ ਲੋਕ ਸਨ ਉਹਨਾਂ ਦਾ ਜੋ ਜੀਵਨ ਸੀ ਉਹ ਕਾਫੀ ਉੱਚਾ ਸੀ। ਠੀਕ ਹੈ ਜੀ। ਸਾਫ ਸੁਥਰੀਆਂ ਸੜਕਾਂ, ਗਲੀਆਂ, ਪੱਕੇ ਮਕਾਨ, ਪੱਕੀਆਂ ਇੱਟਾਂ ਦੇ। ਦੇਖੋ ਜੇ ਆਪਾਂ ਨੂੰ ਐਗਜ਼ਾਮ ਦੇ ਵਿੱਚ ਪ੍ਰਸ਼ਨ ਮਿਲਦਾ ਕਿ ਉਹਨਾਂ ਦੇ ਜੋ ਮਕਾਨ ਸੀ ਕਿਸ ਤਰ੍ਹਾਂ ਦੇ, ਕਿਹਨਾਂ ਦੇ ਬਣੇ ਹੋਏ ਸੀ, ਕਿਸ ਚੀਜ਼ ਦੇ ਬਣੇ ਹੋਏ ਸੀ,
ਤਾਂ ਇਸ ਦਾ ਜੋ ਆਪਾਂ ਆਨਸਰ ਕਰਾਂਗੇ ਪੱਕੀਆਂ ਇੱਟਾਂ ਦਾ। ਠੀਕ ਹੈ ਜੀ, ਉਹਨਾਂ ਦੇ ਮਕਾਨ ਸਨ ਪੱਕੀਆਂ ਇੱਟਾਂ ਦੇ ਬਣੇ ਹੋਏ। ਟਾਊਨ ਪਲੈਨਿੰਗ ਉਹਨਾਂ ਦੇ ਉਸ ਤੋਂ ਬਹੁਤ ਜ਼ਿਆਦਾ ਵਧੀਆ ਸੀ, ਸਾਰੇ ਮਕਾਨ ਪੱਕੇ ਸਨ। ਠੀਕ ਹੈ ਜੀ, ਪੱਕੀਆਂ ਸੜਕਾਂ, ਨਾਲੀਆਂ, ਪਾਣੀ ਦੀ ਨਿਕਾਸੀ ਦਾ ਪ੍ਰਬੰਧ ਬਹੁਤ ਜ਼ਿਆਦਾ ਵਧੀਆ ਸੀ। ਠੀਕ ਹੈ ਜੀ, ਇਹ ਸਾਰੇ ਫੈਕਟ ਆਪਾਂ ਯਾਦ ਰੱਖਣੇ ਨੇ। ਮੋਹਨਜੋਦੜੋ ਦੀ ਖੁਦਾਈ ਵਿੱਚੋਂ ਪ੍ਰਾਪਤ ਹੋਈ ਨਾਚ ਕਰਦੀ ਲੜਕੀ ਦੀ ਮੂਰਤੀ ਕਿਸ ਧਾਤੂ ਦੀ ਬਣੀ ਹੋਈ ਸੀ? ਅਤੇ ਇਸ ਦੇ ਜੋ ਸਾਡੇ ਕੋਲ ਆਪਸ਼ਨ ਨੇ, ਲਾਲ ਚੂਨਾ ਪੱਥਰ, ਚਾਂਦੀ, ਕਾਂਸਾ ਜਾਂ ਫਿਰ ਲੋਹਾ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਕਾਂਸਾ। ਜੋ ਦੋਸਤੋ ਇਹ ਮੂਰਤੀ ਪ੍ਰਾਪਤ ਹੋਈ ਮੋਹਨਜੋਦੜੋ ਤੋਂ ਨਾਚ ਕਰਦੀ ਇੱਕ ਲੜਕੀ ਦੀ, ਉਹ ਕਾਂਸਾ ਦੀ ਬਣੀ ਹੋਈ ਸੀ। ਠੀਕ ਹੈ ਜੀ, ਅਤੇ ਇਸ ਦੇ ਵਿੱਚ ਆਪਾਂ ਇੱਕ ਇੰਪੋਰਟੈਂਟ ਫੈਕਟ ਜੋ ਯਾਦ ਰੱਖਣਾ ਉਹ ਹੈ ਲੋਹੇ ਨਾਲ ਸੰਬੰਧਿਤ, ਜੋ ਕਿ ਸਾਡਾ ਆਪਸ਼ਨ ਨੰਬਰ 4 ਹੈ। ਦੇਖੋ ਦੋਸਤੋ, ਸਾਰਾ ਹੜੱਪਾ ਜੋ ਖੁਦਾਈ ਹੋਈ ਸਾਰੇ ਸ਼ਹਿਰਾਂ ਦੀ, ਉਸ ਵਿੱਚੋਂ ਇੱਕ ਵੀ ਅਜਿਹੀ ਵਸਤੂ ਨਹੀਂ ਮਿਲੀ ਜੋ ਕਿ ਲੋਹੇ ਦੇ ਨਾਲ ਬਣੀ ਹੋਵੇ। ਠੀਕ ਹੈ ਜੀ, ਤਾਂ ਇਸ ਤੋਂ ਕੀ ਕਿਹਾ ਗਿਆ ਕਿ ਉਹ ਲੋਕ ਲੋਹਾ ਦੀ ਜੋ ਧਾਤ ਸੀ ਇਸ ਤੋਂ ਬਿਲਕੁਲ ਅਣਜਾਣ ਸਨ, ਉਹਨਾਂ ਨੂੰ ਲੋਹੇ ਬਾਰੇ ਕੁਝ ਵੀ ਨਹੀਂ ਪਤਾ ਸੀ। ਠੀਕ ਹੈ ਜੀ, ਇਹ ਸਾਰੀਆਂ ਗੱਲਾਂ ਤੁਸੀਂ ਧਿਆਨ ਵਿੱਚ ਰੱਖਣੀਆਂ ਨੇ। ਤਾਂ ਇੱਕ ਇਸ ਦੇ ਨਾਲ ਸੰਬੰਧਿਤ ਜੋ ਆਪਾਂ ਪ੍ਰਸ਼ਨ ਕਰਦੇ ਹਾਂ ਕਿ ਮਨੁੱਖ ਨੇ ਸਭ ਤੋਂ ਪਹਿਲਾਂ ਕਿਸ ਧਾਤ ਸੀ ਜਿਸ ਦੀ ਵਰਤੋਂ ਕੀਤੀ? ਠੀਕ ਹੈ ਜੀ, ਮਨੁੱਖ ਨੇ ਸਭ ਤੋਂ ਪਹਿਲਾਂ ਕਿਸ ਧਾਤ ਦੀ ਵਰਤੋਂ ਕੀਤੀ? ਤਾਂ ਉਹ ਸੀ ਦੋਸਤੋ ਤਾਂਬਾ। ਇਹ ਇੱਕ ਇੰਪੋਰਟੈਂਟ ਫੈਕਟ ਹੈ ਜੋ ਆਪਾਂ ਯਾਦ ਰੱਖਣਾ। ਠੀਕ ਹੈ ਜੀ, ਤਾਂ ਆਪਾਂ ਸਾਡਾ ਨੈਕਸਟ ਪ੍ਰਸ਼ਨ ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਜਾਨਵਰ ਸਿੰਧੂ ਘਾਟੀ ਸੱਭਿਅਤਾ ਨਾਲ ਸੰਬੰਧ ਨਹੀਂ ਰੱਖਦਾ? ਤਾਂ ਇਸ ਦੇ ਜੋ ਆਪਸ਼ਨ ਨੇ ਜੀ, ਘੋੜਾ, ਹਾਥੀ, ਬਲਦ ਜਾਂ ਜਿਰਾਫ। ਅਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਜਿਰਾਫ। ਦੋਸਤੋ, ਜੋ ਬਾਕੀ ਜੋ ਜਾਨਵਰ ਨੇ ਇਹਨਾਂ ਦੇ ਅਵਸ਼ੇਸ਼ ਸਾਨੂੰ ਕਿਸੇ ਨਾ ਕਿਸੇ ਸ਼ਹਿਰ ਤੋਂ ਮਿਲੇ। ਠੀਕ ਹੈ ਜੀ, ਇਸੇ ਕਰਕੇ ਆਪਾਂ ਇਹਨਾਂ ਦਾ ਸੰਬੰਧ ਹੜੱਪਾ ਸੱਭਿਅਤਾ ਦੇ ਨਾਲ ਜੋੜ ਸਕਦੇ ਹਾਂ। ਜਿਵੇਂ ਜੋ ਸਾਡਾ ਆਪਸ਼ਨ ਨੰਬਰ 1 ਹੈ, ਇਸ ਦੇ ਅਵਸ਼ੇਸ਼ ਸਾਨੂੰ ਸਰਕੋਟੜਾ ਤੋਂ ਮਿਲੇ। ਠੀਕ ਹੈ ਜੀ, ਇਹ ਸਾਰੇ ਫੈਕਟ ਆਪਾਂ ਯਾਦ ਰੱਖਣੇ ਨੇ। ਤਾਂ ਚਲੋ ਨੈਕਸਟ ਪ੍ਰਸ਼ਨ 'ਤੇ ਚੱਲਦੇ ਹਾਂ। ਭਾਰਤ ਵਿੱਚ ਖੋਜਿਆ ਗਿਆ ਸਿੰਧੂ ਘਾਟੀ ਸੱਭਿਅਤਾ ਦਾ ਸਭ ਤੋਂ ਪਹਿਲਾ ਸ਼ਹਿਰ ਕਿਹੜਾ ਹੈ? ਇਸ ਦੇ ਆਪਸ਼ਨ ਹੈ ਜੀ ਰੰਗਪੁਰ, ਹੜੱਪਾ, ਸਿੰਧ ਅਤੇ ਮੋਹਨਜੋਦੜੋ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਹੜੱਪਾ। ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ 1921 ਵਿੱਚ ਖੋਜਿਆ ਗਿਆ, ਇਸੇ ਕਰਕੇ ਇਸ ਨੂੰ ਹੜੱਪਾ ਸੱਭਿਅਤਾ ਵੀ ਕਿਹਾ ਗਿਆ। ਠੀਕ ਹੈ ਜੀ, ਤਾਂ ਆਪਾਂ ਕੁਝ ਹੋਰ ਫੈਕਟ ਕਰ ਲੈਂਦੇ ਹਾਂ। ਜੋ ਰੰਗਪੁਰ ਸੀ ਦੋਸਤੋ, ਇਹ ਮਾਹਰ ਨਦੀ ਦੇ ਕੰਢੇ ਉੱਪਰ ਵਸਿਆ ਹੋਇਆ ਸੀ। ਜੋ ਹੜੱਪਾ ਸੀ ਇਹ ਰਾਵੀ ਨਦੀ। ਠੀਕ ਹੈ ਜੀ, ਅਤੇ ਜੋ ਮੋਹਨਜੋਦੜੋ ਸੀ ਇਹ ਸਿੰਧ ਨਦੀ। ਇਹ ਸਾਰੇ ਫੈਕਟ ਆਪਾਂ ਧਿਆਨ ਵਿੱਚ ਰੱਖਣੇ ਨੇ। ਤਾਂ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਸਿੰਧੂ ਘਾਟੀ ਸੱਭਿਅਤਾ ਦਾ ਸਮੁੰਦਰੀ ਜਹਾਜ਼ਾਂ ਨੂੰ ਬਣਾਉਣ ਅਤੇ ਮੁਰੰਮਤ ਕਰਨ ਦਾ ਕਾਰਖਾਨਾ ਕਿਸ ਸ਼ਹਿਰ ਵਿੱਚੋਂ ਪ੍ਰਾਪਤ ਹੋਇਆ ਸੀ? ਇਸ ਦੇ ਜੋ ਆਪਸ਼ਨ ਨੇ ਜੀ, ਲੋਥਲ, ਹੜੱਪਾ, ਸਿੰਧ ਜਾਂ ਰਾਖੀਗੜ੍ਹੀ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਲੋਥਲ। ਇਹ ਕਾਰਖਾਨਾ ਲੋਥਲ ਤੋਂ ਪ੍ਰਾਪਤ ਹੋਇਆ। ਦੋਸਤੋ, ਜੋ ਲੋਥਲ ਹੈ ਇਹ ਗੁਜਰਾਤ ਸਟੇਟ ਦਾ ਇੱਕ ਪਾਰਟ ਹੈ ਜੀ। ਠੀਕ ਹੈ, ਆਪਾਂ ਇਹ ਫੈਕਟ ਯਾਦ ਰੱਖਣਾ ਹੈ। ਅਤੇ ਕਿਸ ਨਦੀ ਦੇ ਕੰਢੇ 'ਤੇ ਵਸਿਆ ਸੀ? ਭੋਗਵਾ ਨਦੀ ਦਾ ਕੀ ਨਾਮ ਹੈ ਦੋਸਤੋ? ਭੋਗਵਾ ਨਦੀ। ਠੀਕ ਹੈ ਜੀ, ਹੜੱਪਾ ਸੱਭਿਅਤਾ ਦੀ ਪਾਣੀ ਦੀ ਨਿਕਾਸ ਪ੍ਰਣਾਲੀ ਦਾ ਨਮੂਨਾ ਸਾਨੂੰ ਕਿਸ ਸ਼ਹਿਰ ਤੋਂ ਦੇਖਣ ਨੂੰ ਮਿਲਦਾ ਹੈ? ਧੌਲਾਵੀਰਾ, ਲੋਥਲ, ਕਾਲੀਬੰਗਾ ਜਾਂ ਆਲਮਗੀਰਪੁਰ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਧੌਲਾਵੀਰਾ। ਪਾਣੀ ਦੀ ਨਿਕਾਸ ਪ੍ਰਣਾਲੀ ਦਾ ਜੋ ਨਮੂਨਾ ਸਭ ਤੋਂ ਵਧੀਆ ਆਪਾਂ ਕਹਿ ਸਕਦੇ ਹਾਂ ਕਿ ਸਭ ਤੋਂ ਉੱਚ ਤਰ੍ਹਾਂ ਦਾ ਨਾਲ ਜੋ ਪਾਣੀ ਦਾ ਨਿਕਾਸ ਦਾ ਪ੍ਰਬੰਧ ਸੀ ਉਹ ਸਾਨੂੰ ਧੌਲਾਵੀਰਾ ਤੋਂ ਦੇਖਣ ਨੂੰ ਮਿਲਿਆ। ਅਤੇ ਧੌਲਾਵੀਰਾ ਦੋਸਤੋ ਇਹ ਵੀ ਗੁਜਰਾਤ ਦਾ ਹੀ
पार्ट सी ਤੇ ਇਹ रण ऑफ कच्छ ਦੇ ਕੰਢੇ 'ਤੇ ਸੀ। ਠੀਕ ਹੈ ਜੀ, ਯਾਦ ਰੱਖਣਾ रण ऑफ कच्छ। ਤੇ ਜੋ ਲੋਥਲ ਸੀ ਇਹ ਵੀ ਗੁਜਰਾਤ ਦਾ ਪਾਰਟ ਸੀ ਜੋ ਕਿ ਭੋਗਵਾ ਨਦੀ ਦੇ ਕੰਢੇ 'ਤੇ ਸੀ। ਤਾਂ ਜੋ ਆਪਸ਼ਨ ਨੰਬਰ 3 ਹੈ ਜੀ ਸਾਡੇ ਕੋਲ ਕਾਲੀਬੰਗਾ, ਇਹ ਰਾਜਸਥਾਨ ਦਾ ਪਾਰਟ ਸੀ। ਠੀਕ ਹੈ ਜੀ, ਸਾਰੇ ਫੈਕਟ ਧਿਆਨ 'ਚ ਰੱਖਣੇ ਨੇ। ਤੇ ਕਿਸ ਨਦੀ ਦੇ ਕੰਢੇ 'ਤੇ ਸੀ? ਘੱਗਰ। ਠੀਕ ਹੈ ਜੀ, ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖਣਾ। ਤਾਂ ਚਲੋ ਆਪਾਂ ਅਗਲਾ ਪ੍ਰਸ਼ਨ ਦੇਖਦੇ ਹਾਂ। ਕੱਪੜੇ ਲਈ ਸੂਤ ਦੀ ਖੇਤੀ ਸਭ ਤੋਂ ਪਹਿਲਾਂ ਕਿਸ ਦੇਸ਼ ਵਿੱਚ ਕੀਤੀ ਗਈ ਸੀ? ਮਿਸਰ, ਭਾਰਤ, ਅਮਰੀਕਾ ਜਾਂ ਮੈਸੋਪੋਟਾਮੀਆ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਭਾਰਤ। ਕੱਪੜੇ ਦੇ ਲਈ ਸੂਤ ਦੀ ਖੇਤੀ ਸਭ ਤੋਂ ਪਹਿਲਾਂ ਭਾਰਤ ਵਿੱਚ ਹੀ ਕੀਤੀ ਗਈ। ਠੀਕ ਹੈ ਜੀ। ਪੱਥਰਾਂ ਦੀ ਕਟਾਈ ਨਾਲ ਬਣੀਆਂ ਇਮਾਰਤਾਂ ਕਿਸ ਸਿੰਧੂ ਘਾਟੀ ਸ਼ਹਿਰ ਵਿੱਚ ਦੇਖਣ ਨੂੰ ਮਿਲਦੀਆਂ ਹਨ? ਕਾਲੀਬੰਗਾ, ਧੌਲਾਵੀਰਾ, ਕੋਟਾ ਦਿੱਜੀ ਜਾਂ ਅਮਰੀ। ਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਧੌਲਾਵੀਰਾ। ਠੀਕ ਹੈ ਜੀ। ਤੇ ਦੋਸਤੋ ਜੋ ਆਪਣੇ ਕੋਲ ਆਪਸ਼ਨ ਨੰਬਰ 3 ਅਤੇ ਆਪਸ਼ਨ ਨੰਬਰ 4 ਨੇ ਕੋਟ ਦਿੱਜੀ ਅਤੇ ਅਮਰੀ, ਇਹ ਦੋਨੇ ਸਿੰਧ ਨਦੀ ਦੇ ਕੰਢੇ 'ਤੇ ਸੀ। ਠੀਕ ਹੈ ਜੀ, ਇਹ ਚੀਜ਼ਾਂ ਯਾਦ ਰੱਖਣੀਆਂ ਨੇ। ਆਪਾਂ ਰਿਵਾਈਜ਼ ਕਰ ਲੈਂਦੇ ਹਾਂ ਕਿ ਕਾਲੀਬੰਗਾ ਘੱਗਰ ਨਦੀ ਦੇ ਕੰਢੇ 'ਤੇ ਸੀ, ਧੌਲਾਵੀਰਾ रण ऑफ कच्छ, ਕੋਟ ਦਿੱਜੀ ਅਤੇ ਅਮਰੀ ਦੋਨੋਂ ਸਿੰਧ ਨਦੀ ਦੇ ਕੰਢੇ 'ਤੇ। ਠੀਕ ਹੈ ਜੀ। ਤਾਂ ਆਪਾਂ ਨੈਕਸਟ ਪ੍ਰਸ਼ਨ ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਸ ਦਾ ਸੰਬੰਧ ਹੜੱਪਾ ਸੱਭਿਅਤਾ ਦੇ ਨਾਲ ਨਹੀਂ ਹੈ? ਖੂਹਾਂ ਦਾ ਨਿਰਮਾਣ, ਸਤੰਭਾਂ ਦਾ ਨਿਰਮਾਣ, ਨਾਲਿਆਂ ਜਾਂ ਨਾਲਿਆਂ ਦਾ ਨਿਰਮਾਣ ਜਾਂ ਕਮਾਨ ਜਾਂ ਚਾਪਾਂ ਦਾ ਨਿਰਮਾਣ। ਤਾਂ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਆਪਸ਼ਨ ਨੰਬਰ 4, ਕਮਾਨ ਜਾਂ ਚਾਪਾਂ ਦਾ ਨਿਰਮਾਣ। ਦੋਸਤੋ ਖੂਹ ਸਨ ਜੋ ਉਹ ਆਮ ਹੀ ਲੋਕਾਂ ਦੇ ਘਰਾਂ ਵਿੱਚ ਮਿਲੇ, ਜਿਵੇਂ ਕਾਲੀਬੰਗਾ ਕਹੀਏ, ਕਾਲੀਬੰਗਾ ਦੇ ਵਿੱਚ ਹਰ ਘਰ ਦੇ ਵਿੱਚ ਇੱਕ ਖੂਹ ਪ੍ਰਾਪਤ ਹੋਇਆ। ਠੀਕ ਹੈ ਜੀ। ਤੇ ਸਤੰਭ ਮਿਲੇ ਅਤੇ ਨਾਲਿਆਂ ਦਾ ਸਿਸਟਮ, ਪਾਣੀ ਦੀ ਨਿਕਾਸੀ ਦਾ ਪ੍ਰਬੰਧ, ਇਹ ਸਾਨੂੰ ਧੌਲਾਵੀਰਾ ਤੋਂ ਪ੍ਰਾਪਤ ਹੋਇਆ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਸੰਬੰਧ ਤਾਂ ਹੜੱਪਾ ਸੱਭਿਅਤਾ ਦੇ ਨਾਲ ਸੀ, ਪਰ ਕਮਾਨ ਜਾਂ ਚਾਪਾਂ ਦਾ ਸੰਬੰਧ ਹੜੱਪਾ ਸੱਭਿਅਤਾ ਦੇ ਨਾਲ ਨਹੀਂ ਸੀ। ਠੀਕ ਹੈ ਜੀ, ਸਾਰਾ ਪ੍ਰਸ਼ਨ ਕਲੀਅਰ ਹੈ ਦੋਸਤੋ। ਤਾਂ ਅਗਲੇ ਪ੍ਰਸ਼ਨ 'ਤੇ ਆਪਾਂ ਚੱਲਦੇ ਹਾਂ। ਹੜੱਪਾ ਸੱਭਿਅਤਾ ਦੀ ਖੋਜ ਕਿਸ ਦੇ ਦੁਆਰਾ ਕੀਤੀ ਗਈ? ਦਿਆਰਮ ਸਾਨੀ, ਲਿਓਨਾਰਡ ਵੂਲੀ, VS ਅਗਰਵਾਲ ਜਾਂ AL ਬਸ਼ਾਮ। ਤੇ ਇਸ ਦਾ ਜੋ ਰਾਈਟ ਆਨਸਰ ਹੈ ਜੀ ਉਹ ਹੈ ਦਿਆਰਮ ਸਾਨੀ। ਤੇ ਕਦੋਂ ਕੀਤੀ ਗਈ ਦੋਸਤੋ? 1921 ਵਿੱਚ। ਠੀਕ ਹੈ ਜੀ। ਤੁਹਾਨੂੰ ਪਤਾ 1922 ਵਿੱਚ ਕਿਸ ਦੀ ਖੋਜ ਹੋਈ? ਮੋਹਿੰਜੋਦੜੋ ਦੀ, ਜਿਸ ਦੇ ਦੁਆਰਾ RD ਬੈਨਰਜੀ ਦੁਆਰਾ। ਤਾਂ ਇਸ ਤੋਂ ਆਪਾਂ ਇੱਕ ਹੋਰ ਫੈਕਟ ਯਾਦ ਰੱਖਣਾ ਹੈ ਕਿ 1924 ਵਿੱਚ ਜੋ ਸਾਡੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਡਾਇਰੈਕਟਰ ਜਨਰਲ ਸਨ ਜੌਨ ਮਾਰਸ਼ਲ, ਸਰ ਜੌਨ ਮਾਰਸ਼ਲ, ਉਹਨਾਂ ਦੁਆਰਾ 1924 ਵਿੱਚ ਹੜੱਪਾ ਸੱਭਿਅਤਾ ਦੀ ਖੁਦਾਈ ਬਾਰੇ ਅਫੀਸ਼ੀਅਲ ਅਨਾਊਂਸਮੈਂਟ ਕੀਤੀ ਗਈ। ਠੀਕ ਹੈ ਜੀ। 1924 ਵਿੱਚ ਅਫੀਸ਼ੀਅਲ ਅਨਾਊਂਸਮੈਂਟ ਕਿਸ ਦੇ ਦੁਆਰਾ ਕੀਤੀ ਗਈ? ਜੌਨ ਮਾਰਸ਼ਲ ਦੁਆਰਾ, ਜੋ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਉਸ ਟਾਈਮ 'ਤੇ ਡਾਇਰੈਕਟਰ ਜਨਰਲ ਸੀ। ਠੀਕ ਹੈ ਜੀ। ਤਾਂ ਆਪਾਂ ਨੈਕਸਟ ਪ੍ਰਸ਼ਨ ਦੇਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਸ ਜਾਨਵਰ ਨੂੰ ਹੜੱਪਾ ਸੱਭਿਅਤਾ ਦੀਆਂ ਮੋਹਰਾਂ ਦੇ ਉੱਪਰ ਅੰਕਿਤ ਨਹੀਂ ਕੀਤਾ ਗਿਆ? ਤਾਂ ਇਸ ਦੇ ਜੋ ਆਪਸ਼ਨ ਹੈ ਜੀ ਚੀਤਾ, ਗਾਂ, ਹਾਥੀ। ਤਾਂ ਆਪਸ਼ਨ ਨੰਬਰ 4 ਹੈ ਜੀ ਗੈਂਡਾ। ਤੇ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਆਪਸ਼ਨ ਨੰਬਰ 2 ਗਾਂ। ਤੇ ਇਸ ਦੇ ਜੋ ਮੋਹਰ ਸੀ ਉਸ ਦਾ ਨਾਮ ਸੀਗਾ ਜੀ ਮੋਹਰ ਪਸ਼ੂਪਤੀ ਦੀ ਮੋਹਰ, ਸੇਲ ਆਫ ਪਸ਼ੂਪਤੀ। ਤੇ ਇਸ ਦੇ ਉੱਪਰ ਜੋ ਜਾਨਵਰਾਂ ਦੀਆਂ ਮੂਰਤੀਆਂ ਅੰਕਿਤ ਸੀ ਚੀਤਾ, ਹਾਥੀ, ਗੈਂਡਾ ਅਤੇ ਚੌਥਾ ਸੀ ਜੀ ਮੱਝ।
ठीक है, ये 4 जानवर सन जिन्हां ਦੀਆਂ ਮੂਰਤੀਆਂ उस मोड़ ਤੇ अंकित सी। ठीक है दोस्तों, सारिया चीज़ों को आप ध्यान च रखना। तो अगले प्रश्न ते चलते हैं। तांबे का रथ हड़प्पा सभ्यता के किस स्थान तो प्राप्त होया? तो इसके जो ऑप्शन है जी, राखीगढ़ी, दाइमाबाद, बनावाली ते कुंतल। इसका जो राइट आंसर है वो है दाइमाबाद। ठीक है जी, जो बनावाली है ये भी घग्गर नदी के कंढे उपर सी ते ये हरियाणा स्टेट का एक पार्ट सी। ठीक है जी, घग्गर नदी के उपर दूसरा जो इसका इलाका से हड़प्पा सभ्यता तो वो किहड़ा सी जी? कालीबंगा। ठीक है जी, तो आई होप थोड़ा सारे प्रश्नों की समझ लग गई होगी। एक बार आप सारे इन्होंने प्रश्नों की क्विक रिविजन ले लेने। हड़प्पा सभ्यता की खोज किस साल में की गई सी? इसका जो राइट आंसर है जी, ऑप्शन नंबर 2 1921। ठीक है जी, तो अगले प्रश्न पर चलते हैं। सिंधु घाटी के लोगों का व्यापारक कारोबार चलता सी? ऑप्शन नंबर 4 मैसोपोटामिया। मोहनजोदड़ो का स्थानक नाम सी मुर्दां दा टिल्ला। ऑप्शन नंबर 2। सिंधु घाटी सभ्यता के लोगों को महारत हासिल सी? ऑप्शन नंबर 3 नगर नियोजन विच। मोहनजोदड़ो की खुदाई विचों प्राप्त हुई नाच करती लड़की की मूर्ति किस धातु की बनी हुई सी? ऑप्शन नंबर 3 कांसा। हेठ लिखियां विचों किहड़ा जानवर सिंधु घाटी सभ्यता नाल संबंध नहीं रखता? ऑप्शन नंबर 4 जिराफ। भारत विच खोजा गया सिंधु घाटी सभ्यता का सब तो पहला शहर किहड़ा है? ऑप्शन नंबर 2 हड़प्पा। सिंधु घाटी सभ्यता का समुद्री जहाज़ों को बनाउण अते मुरम्मत करन दा कारखाना किस शहर तो प्राप्त होया सी? इसका आंसर है जी, ऑप्शन नंबर 1 लोथल। हड़प्पा सभ्यता की पानी की निकास प्रणाली का नमूना सानू किस शहर तो देखने को मिलता है? ऑप्शन नंबर 1 धौलावीरा। कपड़े लई सूत की खेती सब तो पहला किस देश विच कीती गई सी? ते इसका जो राइट आंसर है जी, ऑप्शन नंबर 2 भारत। पत्थरों की कटाई नाल बनिया इमारतां किस सिंधु घाटी शहर विच देखने को मिलदियां हन? तो इसका जो राइट आंसर है जी, ऑप्शन नंबर 2 धौलावीरा। हेठ लिखियां विचों किस दा संबंध हड़प्पा सभ्यता के नाल नहीं है? ऑप्शन नंबर 4 कमान जां चापां दा निर्माण। हड़प्पा सभ्यता की खोज किसके द्वारा की गई? इसका आंसर है जी, ऑप्शन नंबर 1 दयाराम सानी। हेठ लिखियां विचों किस जानवर नूं हड़प्पा सभ्यता दी मोहरां दे उपर अंकित नहीं किया गया? इसका आंसर है जी, गां। ऑप्शन नंबर 2। तांबे का रथ हड़प्पा सभ्यता के किस स्थान तो प्राप्त होया? इसका आंसर है जी, ऑप्शन नंबर 2 दाइमाबाद। आई होप थोनों सारे प्रश्नों की समझ लग गई होगी। तो इस तरह आप MCQ फॉर्म के सारी हिस्टरी के इंपोर्टेंट प्रश्न करांगे। ठीक है जी, तो चलो दोस्तों, तुसीं लगातार साडे चैनल पर विजिट करके क्लासां दीआं जो क्लासां नूं देखते रहना है तो हाज़री लगाते रहना है। तो आप हुण नैक्सट क्लास मिलांगे। ठीक है दोस्तों, थैंक यू, गुड बाय।